ਸਵਾਗਤ ਹੈ तमाम ਦਰਸ਼ਕਾਂ ਦਾ। मैं हाँ इमरान खान। ਕਿਸਾਨਾਂ ਦੇ ਵੱਲੋਂ ਕਿਸਾਨੀ ਅੰਦੋਲਨ 'ਚ ਵੱਡੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸਿਆਸਤ ਦੇ ਵਿੱਚ ਐਂਟਰੀ ਕਰਨ ਦਾ ਫੈਸਲਾ ਲਿਆ, ਜਿਸ ਤੋਂ ਬਾਅਦ ਕੁਝ ਜਥੇਬੰਦੀਆਂ ਇਸ ਦੇ ਹੱਕ ਦੇ ਵਿੱਚ ਉਤਰੀਆਂ, ਕੁਝ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ। ਗੱਲਬਾਤ ਕਰਾਂਗੇ। ਸਾਡੇ ਨਾਲ ਅੱਜ ਮੌਜੂਦ ਨੇ किसान आगू बलदेव सिंह सिरसा कि आखिर इस दे पिछे की गलबात आ, विरोध क्यों हो रहा, किहड़ी जथेबंदियां नाल ने ते किहड़ी अलग ने। सब तो पहला सिरसा साहब प्रोग्राम तो स्वागत है जी। धन्यवाद जी। सिरसा साहब, किसानी अंदोलन जित हासिल कर ली, वड्डी गल है, सारे मुबारकबाद दे रहे हैं तुहानूं, साडे वल्लों भी बहुत बहुत तुहानूं मुबारकां। पहलां तां ते दूजी गल, जदों किसानी अंदोलन जित्तिया उस तो बाद सियासत होण लग पई, सियासत दे पिंड दे विच उतर गए किसान लीडर। तुसीं विरोध कर रहे हो, की विरोध दे पिछे कारण की ने, तुसीं हक दे विच क्यों नहीं हो? देखो जी, असीं उन्हां दा इलैक्शन लड़न ते कोई विरोध नहीं कर रहे। गल सिर्फ ये है कि जिस प्रोग्राम नूं लैके असीं जिहड़ा केंद्र वल्लों तिन्ने खेती विरोधी कानून बनाए गए किसानां दे खिलाफ, इन्हां नूं रद्द कराउण लई बिजली सोध बिल 2020 ਉਹਨੂੰ ਰੱਦ ਕਰਾਉਣ ਲਈ ਤੇ ਪਰਾਲੀ ਦੇ ਸੰਬੰਧ ਚ ਬਣਿਆ ਕਾਨੂੰਨ ਰੱਦ ਕਰਾਉਣ ਲਈ ਅਸੀਂ ਪੰਜਾਬ ਦੀਆਂ 32 ਜਥੇਬੰਦੀਆਂ 2020 ਦੇ ਵਿੱਚ ਝੁੰਡ ਇਕੱਠੀਆਂ ਹੋਈਆਂ। ਔਰ ਫਿਰ ਚੱਲਦਿਆਂ ਅਸੀਂ ਇਹ ਪ੍ਰੋਗਰਾਮ ਜਿਹੜਾ ਚੱਲਿਆ ਵੀ ਅਸੀਂ ਘੱਟੋ ਘੱਟ ਪ੍ਰੋਗਰਾਮ ਤੇ ਇਕੱਠੇ ਹੋਏ ਆ, ਵੱਖਰੀ ਵਿਚਾਰਧਾਰਾ ਤੇ ਆ। ਔਰ ਇਹ ਜਿਹੜਾ ਅੰਦੋਲਨ ਜਿੰਨਾ ਚਿਰ ਵੀ ਅਸੀਂ ਇਕੱਠੇ ਚੱਲਦੇ ਆ ਤੇ ਸਾਡੇ ਤੋਂ ਕੋਈ ਵੀ ਜਿਹੜਾ ਉਹ ਸਿਆਸੀ ਪਾਰਟੀ ਨੂੰ ਅੰਦਰ ਨਹੀਂ ਬਣੇਗਾ। ਔਰ ਅਸੀਂ ਇਹ ਤੁਹਾਨੂੰ ਦੱਸ ਦਈਏ ਕਿ ਜਦੋਂ ਉਸ ਤੋਂ ਬਾਅਦ ਇੰਡੀਆ ਲੈਵਲ ਦੀ ਸਾਡੀ ਪਾਰਟੀ ਬਣੀ ਆ ਸੰਯੁਕਤ ਕਿਸਾਨ ਮੋਰਚਾ, ਤੇ ਸੰਯੁਕਤ ਕਿਸਾਨ ਜਿਸ ਤਰ੍ਹਾਂ 32 ਜਥੇਬੰਦੀਆਂ ਪੰਜਾਬ ਦੀਆਂ, ਇਸੇ ਤਰ੍ਹਾਂ 450 ਦੇ ਕਰੀਬ ਭਾਰਤ ਦੇ ਜਿਹੜੇ ਵੱਖ-ਵੱਖ ਸੂਬਿਆਂ ਦੀਆਂ ਜਥੇਬੰਦੀਆਂ ਸੀ, ਸਾਰੀਆਂ ਮਿਲਾ ਕੇ 450 ਦੇ ਕਰੀਬ ਜਥੇਬੰਦੀਆਂ ਬਣ ਗਈਆਂ। ਔਰ ਫੈਸਲਾ ਕੀਤਾ ਕਿ ਅਸੀਂ ਘੱਟੋ ਘੱਟ ਪ੍ਰੋਗਰਾਮ ਤੇ ਇਹ ਰਲ ਕੇ ਚੱਲਾਂਗੇ, ਤਿੰਨੇ ਖੇਤੀ ਵਿਰੋਧੀ ਕਾਨੂੰਨ ਰੱਦ ਕਰਾਉਣੇ ਤੇ ਇਹਦੇ ਨਾਲ MSP ਜਿਹੜੀ ਸੀ ਉਹਦੀ ਗਰੰਟੀ ਲੈਣੀ, ਕਾਨੂੰਨ ਦੇ ਤਹਿਤ ਉਹ ਲਾਗੂ ਕਰਾਉਣੀ। ਕਿਉਂਕਿ ਜਿਹੜਾ ਅੰਦੋਲਨ ਅਸੀਂ ਸ਼ੁਰੂ ਕੀਤਾ ਸੀ, ਇਹ ਤਿੰਨੇ ਖੇਤੀ ਵਿਰੋਧੀ ਕਾਨੂੰਨ ਜਿਹੜੇ ਸੀ ਇਹ ਅਸੀਂ ਇਕੱਲੇ ਪੰਜਾਬ ਦੇ ਰੱਦ ਨਹੀਂ ਸੀ ਕਰਾ ਸਕਦੇ, ਇਹ ਪੂਰੇ ਦੇਸ਼ ਦਾ ਮਸਲਾ ਸੀ। ਅਸੀਂ ਦੇਸ਼ ਦੇ ਲੋਕਾਂ ਨੂੰ ਨਾਲ ਲੈਣ ਵਾਸਤੇ ਉਹਨਾਂ ਨੇ ਗੱਲ ਰੱਖੀ ਕਿ MSP ਲਾਗੂ ਹੋਣੀ ਚਾਹੀਦੀ ਹੈ। ਇਸ ਕਰਕੇ ਇਹ ਜਦੋਂ ਸੰਯੁਕਤ ਮੋਰਚਾ ਬਣਿਆ, ਇਹ ਸਾਡਾ ਸਾਰਿਆਂ ਦਾ ਸਾਂਝੇ ਤੌਰ ਤੇ ਜਿਹੜਾ ਸੀ ਸਰਬਸੰਮਤੀ ਦਾ ਫੈਸਲਾ ਸੀ ਵੀ ਅਸੀਂ ਇਕੱਠੇ ਰਵਾਂਗੇ ਤੇ ਕਿਸੇ ਨੂੰ ਲਾਗੇ ਨਹੀਂ ਆਉਣ ਦੇਵਾਂਗੇ। ਆ ਤੁਹਾਡੇ ਸਾਹਮਣੇ ਅਸੀਂ 1.25 ਸਾਲ ਕਰੀਬ ਕਿਸੇ ਵੀ ਰਾਜਨੀਤਿਕ ਬੰਦੇ ਨੂੰ ਨੇੜੇ ਨਹੀਂ ਆਉਣ ਦਿੱਤਾ। ਔਰ ਇਹ ਅੰਦੋਲਨ ਜਿਹੜਾ ਚੱਲਦਾ ਰਿਹਾ, ਇਸ ਅੰਦੋਲਨ ਦੇ ਚੱਲਦਿਆਂ ਕੇਂਦਰ ਸਰਕਾਰ ਨੇ ਬੜੀਆਂ ਸਾਜ਼ਿਸ਼ਾਂ ਘੜੀਆਂ ਇਸ ਅੰਦੋਲਨ ਨੂੰ ਫੇਲ ਕਰਨ ਲਈ, ਲੇਕਿਨ ਨਿਰੰਤਰ ਜਿਹੜਾ ਸੀ ਇਹ ਅੰਦੋਲਨ ਚੱਲਿਆ। ਸਰਕਾਰ ਦੀ ਕੋਈ ਵੀ ਸਾਜ਼ਿਸ਼ ਫੇਲ ਨਾ ਆਈ। ਜਿਵੇਂ ਉੱਥੇ ਨੌਜਵਾਨਾਂ ਨੂੰ ਭੇਜਣਾ, ਲੜਕੀਆਂ ਭੇਜਣੀਆਂ, ਝੋਪੜੀਆਂ ਪੱਗਾਂ ਲਾਉਣੀਆਂ, ਤਰ੍ਹਾਂ ਤਰ੍ਹਾਂ ਤੇ ਸਾਡੇ ਇਲਜ਼ਾਮ ਲਾਉਣੇ, ਪਰ ਕੋਈ ਵੀ ਉਹਨਾਂ ਦੀ ਸਾਜ਼ਿਸ਼ ਕਾਮਯਾਬ ਨਹੀਂ ਹੋਈ। ਅਖੀਰ ਨੂੰ 19 ਨਵੰਬਰ 2021 ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਜਿਹੜਾ ਸੀ ਇਹ ਤਿੰਨੇ ਖੇਤੀ ਵਿਰੋਧੀ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਗਿਆ ਤੇ ਇਹ ਸਾਡੀ ਇੱਕ ਬੜੀ ਵੱਡੀ ਜਿੱਤ ਹੈ। ਔਰ ਪੂਰੇ ਦੇਸ਼ ਦੇ ਲੋਕਾਂ ਦੇ ਸਹਿਯੋਗ ਨਾਲ, ਔਰ ਜੇ ਗੱਲ ਕਹੀ ਜਾਵੇ ਕਿ ਜਿਹੜੇ ਸਾਡੇ NRI ਵੀਰ ਨੇ ਜਿਹੜੇ ਬਾਹਰ ਬੈਠੇ ਨੇ, ਉਹਨਾਂ ਦਾ ਵੀ ਬੜਾ ਵੱਡਾ ਯੋਗਦਾਨ ਤੇ ਇਹਦੇ ਵਿੱਚ ਸੰਤਾਂ ਮਹਾਂਪੁਰਸ਼ਾਂ, ਅਕਾਲ ਸੇਵਾ ਵਾਲੇ ਬਾਬਿਆਂ ਦਾ, ਇਸ ਮੈਡੀਕਲ ਕੈਂਪਾਂ ਦਾ, ਕਮਿਸ਼ਨਰਾਂ ਦਾ, ਢਾਡੀਆਂ, ਗੋਈਆਂ, ਕਬੱਡੀਆਂ ਵਾਲੇ ਖਿਡਾਰੀਆਂ, ਭਲਵਾਨਾਂ ਦਾ, ਮਤਲਬ ਕੁੱਲ ਵਰਗਾਂ ਦਾ ਇਹਦੇ ਵਿੱਚ ਜਿਹੜਾ ਸੀ, ਮਜ਼ਦੂਰਾਂ, ਮੁਲਾਜ਼ਮਾਂ ਦਾ, ਸਭ ਦਾ ਜਿਹੜਾ ਸੀ ਯੋਗਦਾਨ ਜਿਹੜਾ ਇਹਦੇ ਵਿੱਚ ਸੀ ਤੇ ਜੀ ਅਸੀਂ ਇਹ ਜਿੱਤ ਪ੍ਰਾਪਤ ਕਰਕੇ ਆਏ। ਜੀ ਸਿਰਸਾ ਸਾਹਿਬ, ਸਵਾਲ ਇਹ ਨੇ ਕਿ ਜਦੋਂ ਤੁਸੀਂ ਅੰਦੋਲਨ ਦੇ ਵਿੱਚ ਸੀ ਉਦੋਂ ਸਿਆਸਤ ਹੋ ਰਹੀ ਸੀ ਜਾਂ ਫਿਰ ਅੰਦੋਲਨ ਜਿੱਤ ਤੋਂ ਬਾਅਦ ਸਿਆਸਤ ਸ਼ੁਰੂ ਹੋਈ ਆ? ਕਿਉਂਕਿ ਉਦੋਂ ਵੀ ਸਵਾਲ ਪੁੱਛੇ ਜਾਂਦੇ ਸੀ ਕਿ ਤੁਸੀਂ ਸਿਆਸਤ ਦੇ ਵਿੱਚ ਆਓਗੇ ਜਾਂ ਤੁਸੀਂ ਸਿਆਸਤ ਦੇ ਵਿੱਚ ਆਉਣ ਦਾ ਕੋਈ ਫੈਸਲਾ ਜਾਂ ਸੋਚ ਵਿਚਾਰ ਤੁਹਾਡਾ, ਪਰ ਜਿਵੇਂ ਹੀ ਅੰਦੋਲਨ ਖਤਮ ਹੁੰਦਾ ਜਥੇਬੰਦੀਆਂ ਆਪਸ ਦੇ ਵਿੱਚ ਪਟ ਜਾਂਦੀਆਂ ਨੇ, ਖਿੱਲਰ ਜਾਂਦੀਆਂ ਨੇ। ਤਾਰ ਪਿੱਡੋ ਅੰਦੋਲਨ ਤਾਂ ਨਹੀਂ ਹੋਇਆ, ਪਰ ਜਥੇਬੰਦੀਆਂ ਆਪਸ ਦੇ ਵਿੱਚ ਹੀ ਤਾਰ ਪਿੱਡੋ ਹੋ ਗਿਆ। ਇੱਕ ਸੰਯੁਕਤ ਕਿਸਾਨ ਮੋਰਚਾ, ਸੰਯੁਕਤ ਕਿਸਾਨ ਮੋਰਚੇ ਦੇ 32 ਕਿਸਾਨ ਲੀਡਰ ਆਪਸ ਦੇ ਵਿੱਚ ਰਲ ਕੇ ਨਹੀਂ ਚੱਲ ਸਕੇ। ਵਿਚਾਰਧਾਰਾਵਾਂ ਦੇ ਵਿੱਚ ਬਖਰੇਵਾਂ ਕਿਉਂ? ਦੇਖੋ, ਗੱਲ ਇਹ ਆ ਕਿ ਅਜੇ ਜਿਹੜਾ ਅੰਦੋਲਨ ਹੈ ਉਹ ਸਮਾਪਤ ਨਹੀਂ ਹੋਇਆ। ਅਸੀਂ ਇਹ ਜਿਹੜਾ ਅੰਦੋਲਨ ਹੈ ਇਹ ਸਸਪੈਂਡ ਕਰਕੇ ਆਏ ਆ। ਤੁਹਾਨੂੰ ਪਤਾ ਹੈ ਕਿ ਅਜੇ ਜਿਹੜੀ MSP ਆ ਉਹ ਰਹਿੰਦੀ ਆ। ਲਖੀਮਪੁਰ ਖੀਰੀ ਵਾਲੇ ਕੇਸ ਹੈ, ਦਿੱਲੀ ਵਾਲੇ ਪਰਚੇ ਨੇ,
ਅਜੇ ਹਜ਼ਾਰਾਂ ਟਰੈਕਟਰਾਂ ਦੇ ਉੱਤੇ ਪਰਚੇ ਜਿਹੜੇ ਨੇ ਦਿੱਲੀ ਦੇ ਵਿੱਚ ਨੇ। ਇਸੇ ਤਰ੍ਹਾਂ ਹਰਿਆਣੇ ਵਾਲੇ ਵੀ ਆ ਜਿਹੜੇ ਇਹ ਪਰਚੇ ਜਿਹੜੇ ਹੋਏ ਨੇ ਉਹਦੇ ਨਾਲ ਨਹੀਂ ਅਜੇ ਲੋਕਾਂ ਨੂੰ ਮੁਆਵਜ਼ਾ ਮਿਲਣ ਦੀ ਗੱਲ ਹੈ। ਬਹੁਤ ਸਾਰੇ ਜਿਹੜੇ ਨੇ ਖਾਸ ਕਰਕੇ ਜਿਹੜੀ MSP ਆ ਜਿਹਦੇ ਨਾਲ ਸਾਡੇ ਨਾਲ ਪੂਰਾ ਦੇਸ਼ ਜੁੜਿਆ ਹੈ, ਜਿੰਨਾ ਚਿਰ ਉਹਦਾ ਮਸਲਾ ਹੱਲ ਨਹੀਂ ਹੁੰਦਾ ਤੇ ਅਸੀਂ ਇਹ ਕਿਵੇਂ ਕਹਿ ਸਕਦੇ ਹਾਂ ਕਿ ਇਹ ਅੰਦੋਲਨ ਜਿਹੜਾ ਪੂਰੀ ਤੌਰ ਤੇ ਜਿੱਤਿਆ ਗਿਆ। ਹਾਂ, ਇਹ ਠੀਕ ਹੈ ਕਿ ਬੜੀ ਵੱਡੀ ਜਿੱਤ ਹੋਈ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਜਾਂ ਉਹਦੇ ਮੰਤਰੀਆਂ ਨਾਲ ਗੱਲ ਕਹੀ ਜਾਂਦੀ ਵੀ ਕਾਨੂੰਨ ਜਿਹੜੇ ਬਣ ਗਏ ਆ ਇਹ ਰੱਦ ਨਹੀਂ ਹੋ ਸਕਦੇ, ਇਹਦੇ ਸੰਸ਼ੋਧਨ ਕਰਾ ਲਓ, ਪਰ ਉਹਨਾਂ ਨੂੰ ਰੱਦ ਅਖੀਰ ਕਰਨੇ ਪਏ। ਇਸ ਕਰਕੇ ਇਹ ਅੰਦੋਲਨ ਅਜੇ ਚੱਲ ਰਿਹਾ, ਪਰ ਇਹ ਚੱਲਦੇ ਅੰਦੋਲਨ 'ਚ ਰਾਜਨੀਤੀ ਦੀ ਗੱਲ ਉੱਥੇ ਚੱਲਦੀ ਸੀ ਤੇ ਇਹ ਗੱਲ ਚੱਲ ਰਹੀ ਸੀ ਕਿ ਅਸੀਂ ਇਸ ਜਿਹੜਾ ਮਿਸ਼ਨ ਯੂਪੀ ਰੱਖਿਆ ਸੀ ਉਦੋਂ ਸਾਡੇ ਸਾਹਮਣੇ ਪੰਜਾਬ ਨਹੀਂ ਸੀ। ਜਦੋਂ ਗੁਰਨਾਮ ਸਿੰਘ ਚੰਦੂਰੀ ਨੇ ਮਿਸ਼ਨ ਪੰਜਾਬ ਦੀ ਗੱਲ ਕੀਤੀ ਤੇ ਉਹਦਾ ਵਿਰੋਧ ਹੋਇਆ, ਸਾਰਿਆਂ ਨੇ ਵਿਰੋਧ ਕੀਤਾ, ਸਸਪੈਂਡ ਵੀ ਕੀਤਾ ਗਿਆ ਸੀ। ਸਾਹਮਣੇ ਇੱਥੋਂ ਤੱਕ ਕਹਿਤਾ ਸੀ ਵੀ ਜੇ ਗੁਰਨਾਮ ਸਿੰਘ ਚੰਦੂਰੀ ਪੰਜਾਬ ਮਿਸ਼ਨ ਲੈ ਕੇ ਪੰਜਾਬ ਚਾਹੁੰਦਾ ਤੇ ਜਿਸ ਤਰ੍ਹਾਂ ਦੂਜੀਆਂ ਰਾਜਨੀਤਿਕ ਪਾਰਟੀਆਂ ਦਾ ਵਿਰੋਧ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਇਹਨਾਂ ਦਾ ਵੀ ਕੀਤਾ ਜਾਊਗਾ, ਇਹਨੂੰ ਕਾਲੀਆਂ ਝੰਡੀਆਂ ਵਿਖਾਈਆਂ ਜਾਣਗੀਆਂ। ਤੇ ਫਿਰ ਜਦੋਂ ਅੰਦੋਲਨ ਅਜੇ ਬਾਕੀ ਹੈ ਤੇ ਫਿਰ ਉਦੋਂ ਰਾਜਨੀਤੀ ਵਿੱਚ ਆਉਣ ਦਾ ਕੋਈ ਤੁੱਕ ਨਹੀਂ ਸੀ ਬਣਦਾ, ਔਰ ਜੇ ਉਹ ਆ ਹੀ ਗਏ ਨੇ ਤੇ ਸਾਨੂੰ ਇਸ ਚੀਜ਼ ਤੇ ਕੋਈ ਇਤਰਾਜ਼ ਨਹੀਂ, ਉਹ ਲੜਨ ਇਲੈਕਸ਼ਨ। ਪਰ ਜਿਹੜੇ ਅਜੇ ਮਸਲੇ ਅਧੂਰੇ ਨੇ MSP ਆ ਪਰਚੇ ਨੇ ਉਹ ਅਜੇ ਜਿਉਂਦੇ ਤਿਉਂ ਨੇ। ਔਰ ਇੱਕ ਅਸੀਂ ਵਿਚਾਰ ਸਾਡੀ ਹੋਰ ਵੀ ਚੱਲ ਰਹੀ ਸੀ, ਅਸੀਂ ਯੂਪੀ ਮਿਸ਼ਨ ਰੱਖਿਆ ਸੀ। ਯੂਪੀ ਮਿਸ਼ਨ ਇਸ ਕਰਕੇ ਰੱਖਿਆ ਸੀ ਕਿ 2024 ਦੇ ਵਿੱਚ ਜਦੋਂ ਪਾਰਲੀਮੈਂਟ ਦੀਆਂ ਚੋਣਾਂ ਹੋਣੀਆਂ ਨੇ ਉਦੋਂ ਪਹਿਲਾਂ ਅਸੀਂ ਇੱਕ ਐਸਾ ਪ੍ਰੈਸ਼ਰ ਗਰੁੱਪ ਇੰਡੀਆ ਲੈਵਲ ਤੇ ਬਣਾਵਾਂਗੇ ਜਿਹੜਾ ਕਿ ਭਾਰਤ ਦੇ ਇਹਨਾਂ ਹੁਕਮਰਾਨਾਂ ਨੂੰ ਇੱਕ ਸਬਕ ਸਿਖਾਏਗਾ ਤੇ BJP ਨੂੰ ਪੂਰੇ ਦੇਸ਼ ਤੋਂ ਇਹਨੂੰ ਹਰਾਏਗਾ। ਉਹ ਮਿਸ਼ਨ ਤੇ ਅਸੀਂ ਚਲਾ ਨਹੀਂ ਪਾਏ ਤੇ ਇਧਰ ਆ ਕੇ ਪੰਜਾਬ ਮਿਸ਼ਨ ਤੇ ਜਿਹਦਾ ਵਿਰੋਧ ਕਰਦੇ ਰਹੇ ਇਹ ਪੰਜਾਬ ਮਿਸ਼ਨ ਚ ਆ ਗਏ। ਇਸ ਕਰਕੇ ਚੀਜ਼ਾਂ ਹੋ ਰਿਹਾ ਤੇ ਫਿਰ ਵੀ ਅਸੀਂ ਕਹਿੰਦੇ ਆ ਕਿ ਚਲੋ ਠੀਕ ਹੈ, ਜੇ ਉਹ ਚਲੇ ਗਏ ਨੇ ਤਾਂ ਉਹਨਾਂ ਦੀ ਮਰਜ਼ੀ ਆ, ਅਸੀਂ ਰਾਜਨੀਤੀ ਨੂੰ ਮਾੜਾ ਨਹੀਂ ਸਮਝਦੇ, ਪਰ ਅੱਜ ਸਿਸਟਮ ਬੜਾ ਖਰਾਬ ਹੋ ਚੁੱਕਾ। ਅੱਜ ਰਾਜਨੀਤਿਕ ਲੋਕਾਂ ਦਾ ਕੋਈ ਦੀਨ ਅਮਾਨ ਧਰਮ ਕੋਈ ਜ਼ਬਾਨ ਉਹਨਾਂ ਦੀ ਕੁਛ ਨਹੀਂ ਹੈਗਾ, ਉਹਨਾਂ ਦਾ ਪਰਪਸ ਹੈ ਪੈਸਾ ਕਮਾਉਣਾ। ਇਸ ਕਰਕੇ ਅਸੀਂ ਇੱਕ ਪ੍ਰੈਸ਼ਰ ਗਰੁੱਪ ਰੱਖਣਾ ਚਾਹੁੰਦੇ ਹਾਂ ਜਿਸ ਕਰਕੇ ਅਸੀਂ ਉਹਨਾਂ ਦੇ ਨਾਲ ਸ਼ਾਮਲ ਜਿਹੜਾ ਉਹ ਨਹੀਂ ਹੋਏ ਤੇ ਅਸੀਂ ਸਿਰਸਾ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਜੇਕਰ ਇਹ ਕਿਸਾਨ ਲੀਡਰ ਅੱਜ ਹੁਣ ਰਾਜਨੀਤੀ ਦੇ ਵਿੱਚ ਆ ਗਏ, ਕੀ ਲੱਗਦਾ ਕਿ ਉਹਨਾਂ ਸਿਆਸਤਦਾਨਾਂ ਵਾਂਗ ਹੀ ਇਹਨਾਂ ਦੇ ਦਾਮਨ ਤੇ ਦਾਗ ਲੱਗਣਗੇ? ਕੀ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਜੇਕਰ ਕਿਸਾਨ ਲੀਡਰ ਇਸ ਪਿੜ ਦੇ ਵਿੱਚ ਆ ਜਾਂਦੇ ਨੇ, ਸਿਆਸਤ ਦੇ ਵਿੱਚ ਆ ਗਏ, ਤਾਂ ਇਹ ਕਿਸਾਨ ਲੀਡਰ ਜਿਵੇਂ ਸੀ ਸੱਚੇ ਕਿਸਾਨ ਲੀਡਰ ਸੀ, ਲੋਕ ਇਹਨਾਂ ਦੇ ਪਿੱਛੇ ਲੱਗਦੇ ਸੀ, ਉਸ ਤਰ੍ਹਾਂ ਦਾ ਸਮਰਥਨ ਨਹੀਂ ਮਿਲੂਗਾ? ਦੇਖੋ ਉਹ ਗੱਲਾਂ ਆਉਣ ਵਾਲੇ ਸਮੇਂ ਦੀਆਂ ਵੱਖਰੀਆਂ ਨੇ, ਉਹ ਤਾਂ ਫਿਰ ਵੇਖੀਆਂ ਜਾਣਗੀਆਂ। ਫਿਲਹਾਲ ਇਹ ਆ ਕਿ ਸਾਡੇ ਅਜੇ ਮੋਰਚੇ ਦੇ ਜਿਹੜੇ ਬਾਕੀ ਕੰਮ ਨੇ MSP ਜਿਹੜੀ ਆ ਉਹ ਜਿੰਨਾ ਚਿਰ ਪੂਰੇ ਭਾਰਤ 'ਚ ਕਾਨੂੰਨ ਦੇ ਤਹਿਤ ਲਾਗੂ ਨਹੀਂ ਹੁੰਦੀ ਤੇ ਸਾਨੂੰ ਇਸ ਜਿਹੜਾ ਇਹਦਾ ਰਾਜਨੀਤੀ ਜਾਣ ਦੇ ਨਾਲ ਅਸੀਂ ਸਮਝਿਆ ਕਿ ਇਹ ਸੰਯੁਕਤ ਮੋਰਚੇ ਨੂੰ ਇੱਕ ਕਿਸਮ ਦਾ ਜਿਹੜਾ ਇਹ ਝਟਕਾ ਲੱਗਾ। ਬੇਸ਼ੱਕ ਇਹ ਝਟਕੇ ਨੂੰ ਅਸੀਂ ਜਿਹੜਾ ਇਹਦੀ ਪੂਰਤੀ ਕਰ ਲਾਂਗੇ ਕਿਉਂਕਿ ਅਸੀਂ ਪੰਜਾਬ ਦੀਆਂ ਜਥੇਬੰਦੀਆਂ ਅਜੇ ਇੱਥੇ ਕੁਝ ਜਥੇਬੰਦੀਆਂ ਜਿਹੜੀਆਂ ਸਾਡੀਆਂ ਅਸੀਂ ਕਾਇਮ ਆ ਤੇ ਸੰਯੁਕਤ ਮੋਰਚਾ ਜਿਹੜਾ ਉਹ ਪੂਰੇ ਦੇਸ਼ ਦੀਆਂ ਜਥੇਬੰਦੀਆਂ ਦਾ ਅਸੀਂ ਉਹਨਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਮੀਟਿੰਗਾਂ ਕਰਕੇ ਇਹਦੀ ਭਰਪਾਈ ਕਰ ਲਾਂਗੇ। ਪਰ ਇੱਕ ਵਾਰ ਸਾਨੂੰ ਸਮਝਿਆ ਕਿ ਝਟਕਾ ਲੱਗਾ। ਸਿਰਸਾ ਸਾਹਿਬ, ਸਾਡੀ ਕਈ ਕਿਸਾਨ ਲੀਡਰਾਂ ਦੇ ਨਾਲ ਗੱਲਬਾਤ ਹੁੰਦੀ ਆ, ਅੱਜ ਵੀ ਕਿਸਾਨ ਲੀਡਰ ਦੇ ਨਾਲ ਗੱਲਬਾਤ ਹੋਈ ਸੀ ਤੇ ਉਹ ਕਹਿ ਰਹੇ ਨੇ ਕਿ ਜਿਹੜੇ ਸਾਡੇ ਤੋਂ ਰੁੱਸੇ ਨੇ, ਜਿਹੜੇ ਸਾਡਾ ਸਾਥ ਨਹੀਂ ਦੇ ਰਹੇ ਤੇ ਉਹਨਾਂ ਨੂੰ ਅਸੀਂ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਇਕੱਠੇ ਕਰ ਲਾਂਗੇ, ਯਾਨੀ ਕਿ ਉਹਨਾਂ ਨੂੰ ਵੀ ਸਿਆਸਤ ਦੇ ਵਿੱਚ ਲੈ ਆਵਾਂਗੇ। ਇਹ ਗੱਲ ਕਹਿ ਰਹੇ ਸੀ ਕਿ ਜੇਕਰ ਤੁਹਾਡੇ ਤੱਕ ਦੁਆਰੇ ਗੱਲਬਾਤ ਕਰਦੇ ਨੇ, ਤੁਹਾਡੇ ਨਾਲ ਕੋਈ ਵੱਡੇ ਆਗੂ ਕਰਦੇ ਨੇ, ਰਾਜੇਵਾਲ ਕਰਦੇ ਨੇ, ਕਾਦੀਆਂ ਜੀ ਕਰਦੇ ਨੇ, ਤਾਂ ਤੁਸੀਂ ਵੀ ਉਹਨਾਂ ਦਾ ਸਾਥ ਦਿਓਗੇ, ਤੁਸੀਂ ਵੀ ਸਿਆਸਤ ਦੇ ਵਿੱਚ ਆਓਗੇ ਜਾਂ ਫਿਰ ਤੁਹਾਡਾ ਸਟੈਂਡ ਇਹੀ ਰਹੇਗਾ? ਦੇਖੋ ਬੜੀ ਸਪਸ਼ਟ ਗੱਲ ਹੈ, ਅਸੀਂ ਬਿਲਕੁਲ ਸਿਆਸਤ ਵਿੱਚ ਨਹੀਂ ਜਾਵਾਂਗੇ। ਅਸੀਂ ਜਿੰਨਾ ਦੇ ਅਸੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਚਾਹੁੰਦੇ ਹਾਂ ਕਿ ਸਾਡਾ ਪ੍ਰੈਸ਼ਰ ਗਰੁੱਪ ਹੋਣਾ ਚਾਹੀਦਾ। ਸਿਆਸਤ ਠੀਕ ਹੈ, ਮਾੜੀ ਨਹੀਂ, ਸਿਆਸਤ ਵਿੱਚ ਵੀ ਬਣਨੇ ਚਾਹੀਦੇ ਨੇ, ਸਿਆਸਤ ਵਿੱਚ ਬੰਦੇ ਉਹ ਹੋਣੇ ਚਾਹੀਦੇ ਨੇ, ਇਮਾਨਦਾਰ ਬੰਦੇ ਆਉਣੇ ਚਾਹੀਦੇ ਨੇ, ਇਸ ਗੱਲ ਦੇ ਹੱਕ ਚ। ਪਰ ਜਿਹੜਾ ਜਿੰਨਾ ਚਿਰ ਜੇ MSP ਜਿਹੜੀ ਆ ਉਹ ਫਾਈਨਲ ਨਹੀਂ ਹੁੰਦੀ, ਜਿਹੜੇ ਪਰਚੇ ਨੇ ਲੋਕਾਂ ਦੇ ਉੱਤੇ ਉਹ ਫਾਈਨਲ ਨਹੀਂ ਹੁੰਦੇ, ਉਹ ਸਾਰੇ ਖਤਮ ਨਹੀਂ ਹੁੰਦੇ, ਉਹਨਾਂ ਚਿਰ ਤੇ ਜਾਣ ਦਾ ਕੋਈ ਕਿਸੇ ਦਾ ਵੀ ਜਾਣ ਦਾ ਮਤਲਬ ਹੀ ਨਹੀਂ ਬਣਦਾ ਕਿਉਂਕਿ ਅਸੀਂ ਲੋਕਾਂ ਦੇ ਨਾਲ ਇੱਕ ਵਾਅਦਾ ਕੀਤਾ ਔਰ ਅਸੀਂ ਇਹ ਗੱਲ ਕਹੀ ਸੀ ਕਿ ਅਸੀਂ ਆਪਣੇ ਚੱਲਦੇ ਅੰਦੋਲਨ ਵਿੱਚ ਕਿਸੇ ਰਾਜਨੀਤਿਕ ਨੂੰ ਆਪਣੀ ਸਟੇਜ ਤੇ ਨਹੀਂ ਆਉਣ ਦੇਵਾਂਗੇ। ਬਿਲਕੁਲ ਨਾ ਹੀ ਆਉਣ ਦਿੱਤਾ ਗਿਆ। ਫਾਈਨਲ ਨਹੀਂ ਅਜੇ ਹੋਇਆ ਤੇ ਫਿਰ ਅਸੀਂ ਕੀ ਆਪਾਂ ਵਿਰੋਧੀ ਫੈਸਲਾ ਨਹੀਂ ਕਰਦਾ। ਇਹ ਮੈਂ
मैं समझदा कि साडा जिहड़ा कीता होया फैसला जे असीं ओहनूं रद्द करदे हां ते इह जिहड़ा इलैक्शन लड़न दा फैसला है ਇਹ ਸਾਡਾ ਆਪਾ ਵਿਰੋਧੀ ਆ। ਜੀ ਬਿਲਕੁਲ ਸਿਰਸਾ ਸਾਹਿਬ, ਜਿਵੇਂ ਅੰਦੋਲਨ ਦੇ ਵਿੱਚ ਏਕਤਾ ਸੀ, ਏਕਤਾ ਦੇ ਨਾਲ ਅੰਦੋਲਨ ਜਿੱਤਿਆ ਗਿਆ, ਹੁਣ ਇਹ ਸਿਆਸਤ ਦੇ ਵਿੱਚ ਆ ਗਏ, ਸਿਆਸਤ ਦੇ ਵਿੱਚ ਏਕਤਾ ਨਹੀਂ ਰਹੀ, ਪਹਿਲਾਂ ਤੋਂ ਹੀ ਜਥੇਬੰਦੀਆਂ ਅਲੱਗ ਹੋ ਗਈਆਂ ਕਿ ਜੇਕਰ ਫਿਊਚਰ ਦੇ ਵਿੱਚ ਕੋਈ ਫਿਰ ਤੋਂ, ਜਿਵੇਂ ਤੋਮਰ ਦੇ ਵੱਲੋਂ ਸੰਕੇਤ ਦਿੱਤੇ ਗਏ ਸੀ ਖੇਤੀਬਾੜੀ ਮੰਤਰੀ ਦੇ ਵੱਲੋਂ ਕਿ ਮੁੜ ਤੋਂ ਖੇਤੀ ਕਾਨੂੰਨ ਅਲੱਗ ਹੋ ਸਕਦੇ ਨੇ, ਤੁਸੀਂ ਉਹਨਾਂ ਲੀਡਰਾਂ ਦੇ ਕੋਲ ਜਾਓਗੇ ਜਿਹੜੇ ਹੁਣ ਸਿਆਸਤ ਦੇ ਵਿੱਚ ਆ ਗਏ, ਜਿਵੇਂ ਬਲਵੀਰ ਰਾਜੇਵਾਲ, ਹਰਮੀਤ ਕਾਦੀਆਂ, ਬੂਟਾ ਸਿੰਘ, ਮਾਫ ਕਰਨਾ, ਹੋਰ ਜਿਹੜੇ ਨੇ ਮਨਜੀਤ ਸਿੰਘ ਰਾਏ, ਜਿੰਨੇ ਵੀ ਆਏ ਨੇ ਸਾਰੇ ਇਹ ਆ ਗਏ, ਤੁਸੀਂ ਉਹਨਾਂ ਦਾ ਸਾਥ ਕਹੋਗੇ ਕਿ ਸਾਡਾ ਸਾਥ ਦਿਓ, ਕਿਉਂਕਿ ਸੰਯੁਕਤ ਕਿਸਾਨ ਮੋਰਚਾ ਹੁਣ ਉਹ ਸੰਯੁਕਤ ਕਿਸਾਨ ਮੋਰਚਾ ਨਹੀਂ ਰਿਹਾ ਜਿਸ ਦੇ ਵਿੱਚ 32 ਕਿਸਾਨ ਜਥੇਬੰਦੀਆਂ ਆਪਸ ਦੇ ਵਿੱਚ ਬੈਠਦੀਆਂ ਸੀ, ਮੀਟਿੰਗ ਕਰਦੀਆਂ ਸੀ, ਮੀਟਿੰਗ ਕਰਨ ਤੋਂ ਬਾਅਦ ਫਿਰ ਫੈਸਲਾ ਲਿਆ ਜਾਂਦਾ ਸੀ। ਜੇਕਰ ਕੋਈ ਖੇਤੀ ਕਾਨੂੰਨਾਂ ਦੀ ਦੁਆਰੇ ਮੁੜ ਤੋਂ ਗੱਲ ਆਉਂਦੀ ਆ, ਖੇਤੀ ਜ਼ਮੀਨਾਂ ਦੇ ਉੱਤੇ ਕੋਈ ਆਂਚ ਆਉਂਦੀ ਆ, ਤਾਂ ਤੁਸੀਂ ਉਹਨਾਂ ਦਾ ਸਾਥ ਲਓਗੇ ਜਾਂ ਫਿਰ ਤੁਸੀਂ ਕਿਨਾਰਾ ਕਰਤਾ ਕਿ ਜੇਕਰ ਕੋਈ ਸਿਆਸਤ ਦੇ ਵਿੱਚ ਗਏ ਕਿਸਾਨ ਤਾਂ ਸਾਡਾ ਉਹਨਾਂ ਨਾਲ ਬਾਈਕਾਟ ਹੈ, ਇੱਕ ਤਰ੍ਹਾਂ ਕਿਨਾਰਾ? ਸਾਨੂੰ ਤਾਂ ਬਾਈਕਾਟ ਕਰਨ ਦੀ ਲੋੜ ਹੀ ਨਹੀਂ ਪਈ, ਉਹ ਤਾਂ ਆਪ ਸੰਯੁਕਤ ਮੋਰਚੇ ਦੇ ਵਿੱਚੋਂ ਜਿਹੜਾ ਸੀ ਆਪ ਨਿਕਲ ਗਿਆ ਔਰ ਉਹਨਾਂ ਨੇ ਸੰਯੁਕਤ ਸਮਾਜ ਮੋਰਚਾ ਨਾਂ ਰੱਖ ਲਿਆ। ਹੁਣ ਜਿਹੜੇ ਬੰਦੇ ਆਪ ਨਿਕਲ ਗਏ ਨੇ ਉਹ ਹੁਣ ਵਾਪਸ ਇੱਥੇ ਕਿਵੇਂ ਆਉਣਗੇ? ਫਿਰ ਵੀ ਜਿਹੜਾ ਫੈਸਲਾ ਹੈ ਉਹ ਸਾਡਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਉਹਦੀ ਜਿਹੜੀ ਮੀਟਿੰਗ ਆ ਉਹ 15 ਜਨਵਰੀ ਰੱਖੀ ਸੀ, ਹੋ ਸਕਦਾ ਕਿ ਉਹ ਮੀਟਿੰਗ ਵੀ ਪਹਿਲਾਂ ਹੋ ਜਾਵੇ ਮੌਕੇ ਦੇ ਹਾਲਾਤਾਂ ਦੇ ਮੁਤਾਬਕ ਤੇ ਉਹ ਫੈਸਲਾ ਤੇ ਲਿਆ ਜਾਓ ਉੱਥੇ। ਲੇਕਿਨ ਜਿਹੜੇ ਫੈਸਲੇ ਇਹਨਾਂ ਨੇ ਖੁਦ ਉਦੋਂ ਨਹੀਂ ਕਿਸੇ ਰਾਜਨੀਤਿਕ ਨੂੰ ਦਿੱਤਾ ਤੇ ਇਹ ਰਾਜਨੀਤੀ ਵਿੱਚ ਜਾਣਗੇ ਤੇ ਕੀ ਇਹ ਉਹਨਾਂ ਤੋਂ ਵੱਖਰੇ ਹੋਣਗੇ? ਜਿਹੜਾ ਬੰਦਾ ਰਾਜਨੀਤੀ ਚਲੇ ਗਿਆ ਉਹ ਰਾਜਨੀਤੀ 'ਚ ਆ। ਔਰ ਜਿਹੜੀ ਗੱਲ ਤੋਮਰ ਨੇ ਕਹੀ ਆ ਕਿ ਅਸੀਂ ਖੇਤੀ ਕਾਨੂੰਨ ਜਿਹੜੇ ਆ ਉਹ ਲਿਆ ਸਕਦੇ ਆ, ਇੱਕਦਮ ਹੀ ਪਿੱਛੇ ਹਟੇ ਆ, ਇਹ ਅਸੀਂ ਮੋਦੀ ਉਹਨੂੰ ਤੋਮਰ ਜਿਹੜਾ ਨਰਿੰਦਰ ਤੋਮਰ ਨੂੰ ਇੱਕ ਵਾਰਨਿੰਗ ਦਿੰਦੇ ਆ ਤੇ ਭੁੱਲ ਕੇ ਵੀ ਇਹ ਕੰਮ ਨਾ ਕਰ ਲਈ। ਇਹ ਜ਼ਰੂਰੀ ਇਹ ਨਾ ਸਮਝੀ ਕਿ ਇਹ 22 ਜਥੇਬੰਦੀਆਂ ਜਿਹੜੀਆਂ ਚਲੇ ਗਈਆਂ ਤੇ ਸੰਯੁਕਤ ਮੋਰਚਾ ਜਿਹੜਾ ਇਹ ਕਮਜ਼ੋਰ ਪੈ ਜਾਏਗਾ। ਠੀਕ ਹੈ, ਸਾਨੂੰ ਇੱਕ ਵਾਰ ਧੱਕਾ ਲੱਗਾ, ਪਰ ਅਸੀਂ ਜਿਸ ਤਰ੍ਹਾਂ ਪਹਿਲਾਂ ਅੰਦੋਲਨ ਨੂੰ ਸਰਕਾਰ ਪਾਰਟੀਡੋ ਕਰਦੀ ਰਹੀ ਆ ਤੇ 26 ਜਨਵਰੀ ਵਾਲਾ ਕੋਈ ਧੱਕਾ ਛੋਟਾ ਨਹੀਂ ਸੀ, ਜੇ ਉਹ ਪੈਰਾਂ ਤੇ ਹੋ ਸਕਦਾ ਹੈ ਤੇ ਇਹ ਵੀ ਅਸੀਂ ਹਰਾਵਾਂਗੇ ਔਰ ਤੋਮਰ ਨੂੰ ਨਾਨੀ ਸੁਪਨੇ ਯਾਦ ਕਰਾ ਦਾਂਗੇ। ਇਹ ਗੱਲ ਤਾਂ ਉਹ ਕਹਿਣੀ ਭੁੱਲ ਜਾਏ ਕਿ ਅਸੀਂ ਦੁਬਾਰਾ ਖੇਤੀ ਵਿਰੋਧੀ ਜਿਹੜੇ ਕਾਨੂੰਨ ਬਣਾਏ ਸੀ ਤੇ ਜਿਨ੍ਹਾਂ ਨੂੰ ਰੱਦ ਕਰਤਾ ਅਸੀਂ ਦੁਬਾਰਾ ਲਿਆ ਸਕਦੇ ਹਾਂ। ਅਸੀਂ ਤਾਂ ਐਮਐਸਪੀ ਜਿਹੜੀ ਆ ਪੂਰੇ ਦੇਸ਼ ਚ ਕਾਨੂੰਨ ਦੇ ਤਹਿਤ ਬਣਾਉਣੀ ਆ ਔਰ ਲਾਗੂ ਕਰਾਉਣੀ ਆ। ਅਸੀਂ ਪੂਰੇ ਦੇਸ਼ ਦੇ ਲੋਕਾਂ ਨੂੰ, ਕਿਸਾਨਾਂ ਨੂੰ ਨਾਲ ਲੈ ਕੇ ਚੱਲਾਂਗੇ ਔਰ ਸਾਡੀਆਂ ਮੀਡੀਆ ਨੇ ਸਾਨੂੰ ਇਸ ਚੀਜ਼ ਦੀ ਕੋਈ ਪਰਵਾਹ ਨਹੀਂ ਹੈਗੀ। ਜਿਹੜੀ ਗੱਲ ਇਹਨਾਂ ਦੀ ਇਹ ਤਾਂ ਆਪਣੇ ਆਪ ਹੀ ਬਾਹਰ ਚਲੇ ਗਏ ਨੇ, ਸਾਨੂੰ ਤਾਂ ਬਾਹਰ ਕਰਨ ਦੀ ਲੋੜ ਨਹੀਂ। ਜੀ ਜੀ ਸਿਰਸਾ ਸਾਹਿਬ, ਜਿਵੇਂ ਪਹਿਲਾਂ ਤੋਂ ਹੀ ਭਾਜਪਾ ਦੇ ਲੀਡਰ ਜਦੋਂ ਅੰਦੋਲਨ ਚੱਲਦਾ ਸੀ ਉਸ ਵੇਲੇ ਇਹ ਕਹਿੰਦੇ ਸੀ ਕਿ ਜਿਹੜੇ ਕਿਸਾਨ ਲੀਡਰ ਨੇ ਉਹ ਕਿਸਾਨ ਨਹੀਂ ਬਲਕਿ ਉਹ ਸਿਆਸਤਦਾਨ ਨੇ, ਕਿ ਉਹ ਸਿਆਸਤ ਦੇ ਵਿੱਚ ਆਉਣਾ ਚਾਹੁੰਦੇ ਨੇ, ਪਰ ਉਹ ਗੱਲਾਂ ਅੱਜ ਸੱਚ ਹੁੰਦੀਆਂ ਨਜ਼ਰ ਆਈਆਂ ਨੇ। ਸਿਆਸਤ ਦੇ ਵਿੱਚ ਆਏ ਨੇ, ਵਿਧਾਨ ਸਭਾ ਨਜ਼ਰ ਆ ਰਿਹਾ ਸੀ ਕਿ ਵਿਧਾਨ ਸਭਾ ਚੋਣਾਂ 2022 ਨੇੜੇ ਨੇ, ਕਿ ਯਾਨੀ ਕਿ ਇੱਕ ਸਿੱਧਾ ਰਾਸਤਾ ਨਹੀਂ ਅਪਣਾਇਆ ਬਲਕਿ ਬਾਇਆ ਸਿੰਘੂ ਵਿਧਾਨ ਸਭਾ ਆਏ ਨੇ। ਇਹ ਗੱਲਾਂ ਦੇ ਉੱਤੇ ਕਿਤੇ ਨਾ ਕਿਤੇ ਸੱਚਾਈ ਵੀ ਜਾਪਦੀ ਆ, ਕਿਤੇ ਨਾ ਕਿਤੇ ਸੱਚ ਹੁੰਦੀਆਂ ਵੀ ਨਜ਼ਰ ਆਈਆਂ ਨੇ ਇਹ ਗੱਲਾਂ ਜਿਹੜੇ ਭਾਜਪਾ ਦੇ ਲੀਡਰ ਅਕਸਰ ਕਹਿੰਦੇ ਹੁੰਦੇ ਸੀ ਅੰਦੋਲਨ ਦੌਰਾਨ। ਜੇ ਤੁਸੀਂ ਚਲੇ ਜਾਂਦੇ ਸਾਰੇ ਫਿਰ ਤਾਂ ਉਹਨਾਂ ਦੀ ਗੱਲ ਸੱਚੀ ਸੀ। ਜਦੋਂ ਅਸੀਂ ਇੱਥੇ ਸਟੈਂਡ ਲਾ ਕੇ ਬੈਠੇ ਆ ਪਰ ਅਸੀਂ ਤਾਂ ਕਹਿੰਦੇ ਵੀ ਅਸੀਂ ਅੱਗੇ ਵੀ ਰੱਖਾਂਗੇ ਲੜਨਾ, ਚਾਹੇ ਉਹ ਸਰਦਾਰ ਜਗਜੀਤ ਸਿੰਘ ਡੱਲੇਵਾਲ ਆ, ਡਾਕਟਰ ਦਰਸ਼ਨਪਾਲ ਆ, ਸਰਜੀਤ ਸਿੰਘ ਫੂਲ ਆ, ਹਰਪਾਲ ਸਿੰਘ ਸੰਘਾ, ਸੁਖਪਾਲ ਸਿੰਘ ਡੱਫਰ ਆ, ਇਹ ਜਿਹੜੇ ਬੰਦੇ ਨੇ ਯਾਰ ਅਸੀਂ ਜਿਹੜੇ ਨਾਲ ਸੋਚਿਆ ਸਾਡੇ ਨਾਲ ਹੋਰ ਵੀ ਆ ਰਹੇ ਨੇ, ਇੰਦਰਜੀਤ ਸਿੰਘ ਕੋਟ ਬੁੱਢਾ, ਮਤਲਬ ਜਿਹੜੇ ਸਾਡੇ ਨਾਲ ਬੰਦੇ ਆਏ ਨੇ, ਹੋਰ ਵੀ ਹੋ ਸਕਦਾ ਕਿ ਉਧਰੋਂ ਵੀ ਆਉਣ ਤੇ ਇਹ ਬੰਦੇ ਅਸੀਂ ਜੇ ਕਹਿਣ ਆ ਤੇ ਪੂਰੇ ਭਾਰਤ ਦੀਆਂ ਬਾਕੀ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਕਾਇਮ ਨੇ ਤੇ ਇਹ ਗੱਲ ਉਹਨਾਂ ਦੀ ਕਿਵੇਂ ਸੱਚੀ ਮੰਨ ਲਈਏ? ਬਿਲਕੁਲ ਇਹ ਗੱਲ ਉਹਨਾਂ ਦੀ ਸੱਚੀ ਨਹੀਂ ਹੈਗੀ। ਇਹ ਕੁਝ ਬੰਦਿਆਂ ਦੇ ਜਾਣ ਨਾਲ ਰਾਜਨੀਤੀ ਜਾਣ ਨਾਲ ਸਾਰੇ ਰਾਜਨੀਤਿਕ ਨਹੀਂ ਅਸੀਂ ਹੋ ਗਏ, ਇਹ ਗੱਲ ਗਲਤ ਹੈ। ਜੀ ਸਿਰਸਾ ਸਾਹਿਬ, ਤੁਹਾਡੇ ਨਾਲ ਵੀ ਗੱਲਬਾਤ ਹੋਈ ਸੀ ਜਥੇਬੰਦੀਆਂ ਦੇ ਲੀਡਰਾਂ ਦੀ ਕਿ ਤੁਸੀਂ ਵੀ ਸਾਡੀ ਪਾਰਟੀ ਦੇ ਵਿੱਚ ਆ ਜਾਓ, ਕੋਈ ਗੱਲਬਾਤ ਅਜਿਹੀ ਹੋਈ ਸੀ ਇਹ ਫੈਸਲਾ ਲੈਣ ਤੋਂ ਪਹਿਲਾਂ? ਨਹੀਂ ਜੀ, ਜਿਹੜੀ ਸਾਡੀ ਮੁੱਲਾਪੁਰ ਮੀਟਿੰਗ ਹੋਈ ਆ 24 ਤਰੀਕ ਨੂੰ, ਉਸ ਮੀਟਿੰਗ ਦੇ ਵਿੱਚ ਗੱਲਬਾਤ ਚੱਲੀ ਸੀ ਇਲੈਕਸ਼ਨ ਦਾ ਸਮਾਂ ਇਸ ਤੋਂ ਪਹਿਲਾਂ ਚੱਲ ਰਿਹਾ, ਲੇਕਿਨ ਉਸ ਦਿਨ ਬੜਾ ਠੋਕ ਜਾ ਕੇ ਮੈਂ ਗੱਲ ਕਹਿ ਕੇ ਆਇਆ ਸੀ ਕਿ ਮੈਂ ਬਿਲਕੁਲ ਹੀ ਜਿਹੜਾ ਇਹ ਇਲੈਕਸ਼ਨਾਂ ਦੇ ਹੱਕ 'ਚ ਨਹੀਂ। ਔਰ ਇੱਕ ਗੱਲ ਹੋਰ ਹੈ, ਮੰਨ ਲਓ ਪਹਿਲੀ ਗੱਲ ਤੇ ਆ ਵੀ ਇਹ ਬੜਾ ਵੱਡਾ ਇਹਨਾਂ ਨੇ ਇੱਕ ਦਾ ਮਤਲਬ ਕਿ ਆਪਣੇ ਆਪ ਨੂੰ ਦਾਅ ਤੇ ਲਾਤਾ, ਖੁਦਾ ਨੇ ਖਾਸਤਾ ਇਹ ਹਾਰ ਜਾਂਦੇ ਨੇ ਤੇ ਫਿਰ ਜਿਹੜੀ ਆ ਦੁਨੀਆ ਦੇ ਵਿੱਚ ਜਿਹੜੀ ਸਾਡੀ ਅੱਜ ਮਤਲਬ ਕਿ ਬੱਲੇ ਬੱਲੇ ਬਣੀ ਆ ਉਹ ਵੀ ਕਿਰਕਰੀ ਹੋਊਗੀ।
दूसरी गल यह आ कि मान लो कि ये जित जाए, ये सरकार बन जाने, राजेवाल जी मुख्यमंत्री बन जाते हैं, जेकर केंद्र सरकार के कह मुताबिक सूबा सरकार नहीं चलती तो फिर ये दसो भी केंद्र सरकार उस सूबे की सरकार को चलन दूगा कि गोदी राजनीति करूगा। सो इस करके साडा ते जिहड़ा निशाना है कि पहला केंद्र दे विच उस तरह की सरकार होनी है, एक प्रेशर ग्रुप बनाइए और 2024 तक देश के विचों इहो जे मतलब के बंदियां नूं ईमानदार चंगे पढ़े लिखे ते उन्हां बंदियां नूं लिआंदा जावे जिहड़े चंगा केंद्र दे विच चंगा राज ते चंगा प्रशासन दे सकण ते एक प्रेशर ग्रुप भी रहे जिहड़े चंगे बंदे उन्हां नूं लोकां दे सामने लिआंदा ਜਾਂਦਾ भाई इन्हां नूं वोटां पाओ, इन्हां बंदियां ते असीं भरोसा करदे हां ते फिर ये भी कह सकते हैं कि जे ये भरोसेयोग ना रहे, इन्होंने भरोसा ना जताया, साडे कह मुताबक ना चले जिहड़े अदा कीते तो मुझे असीं जिस तरह मोदी नूं असीं घेरिया, अज मोदी दीयां गोलियां लवाइयां कि नहीं लवाइयां ते फिर कोई भी सरकार हो होगी ते असीं गोलियां भी लवा सकदे हां। तो अज दिल्ली जित के ते असीं सूबे दे लोकां नूं कि ठीक है कि कुछ साडे वीर पंजाब दी गल कह रहे हैं कि तुसीं जिहड़ा ओह इलैक्शन लड़ो, साडा उन्हां नूं समझाउणा फर्ज बनदा सी कि कल्ले पंजाब दे जितण दे नाल गल नहीं बननी जिन्ना चिर केंद्र दे विच कोई चंगी सरकार नहीं लिआउंदी। वो 2024 साडे सामने है, 2024 तक असीं लोकां नूं प्रपेयर करदे उन्हां दे जिहड़ा असीं विच पहुंचदे सारे तक पहुंच करके ते असीं चंगी टीम कोई तैयार करदे इलैक्शन लाउण वाली ते नाल ही प्रेशर ग्रुप बनिया रहिंदा ते फिर साडी सोच ते इह सी पर इन्हां ने कुछ काली कीती आ, चलो फिर भी ठीक वो कर लैण, सानूं कोई उन्हां दे नाल इस तरह दा कोई गिला शिकवा नहीं हैगा। मैं तो कुछ समझदा कि जो इलैक्शन लड़दे ने ते लड़ जे इलैक्शन लड़दे ने सिरसा जी तुसीं वोट किस नूं पाओगे क्योंकि एक पासे किसानां दी पार्टी है, दूजे पासे अकाली दल कांग्रेस आम आदमी पार्टी ते भाजपा, तुहाडी वोट किधर होगी? देखो मैं अपनी गल करांगा, असीं किसी भी अपने वर्कर किसी अहुदेदार ये गल नहीं कही कि तुसीं वोटां उन्हां नूं इक्को गल कही आ कि तुहानूं खुली छुट्टी है, तुसीं अपने हिसाब नाल नाले एक गल ते आ कि असीं लोकां नूं जागृत करता है। हुण लोड़ां नूं लोड़ नहीं हैगी दस्सण दी, हुण लोक जिहड़ा कैंਡੀਡੇਟ आऊगा उहनूं पुछणगे और मैं खुद जिहड़ा वो इस चीज़ दे जिहड़ा भी ये वोट सिस्टम बहुत ज़्यादा गंदा हो चुका है। ये राजनीति नूं जिन्ना चिर असीं साफ नहीं करते, ये सिस्टम साडा ठीक नहीं हुंदा, लोकां दे दिमाग वास नहीं करते, जिहड़े राजनीतिक पार्टियां जिहड़ियां इलैक्शन लड़दियां ने जिन्ना चिर उन्हां दे एक टार है उन्हां दे कुंडा जिवें मोदी दीयां गोटियां लवाइयां आउण वाले समय च ते जिन्हों भी साडे वीर वोट पाउणगे ते जे असीं मोदी नूं चुका सकदे हां ते गोटियां ओहदियां भी लवा दांगे भावें ओह कोई नहीं होगी। तो इस करके लोग बड़े समझ गए ने, लोग सोच समझ के वोट पाओ। जी बिल्कुल सिरसा साहब, एक चिट्ठी बड़ी चर्चा ਦੇ ਵਿੱਚ ਆ कि ਕੁਝ ਵੱਡੇ ਕਿਸਾਨ ਲੀਡਰਾਂ ਨੇ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਸੀ ਕਿ ਅੰਦੋਲਨ ਦੇ ਵਿੱਚ ਜਿਹੜੇ ਦੌਰਾਨ ਕਿ ਕੋਈ ਖੇਤੀ ਕਾਨੂੰਨ ਦੇ ਵਿੱਚ ਸੋਧ ਕਰ ਦਿਓ, ਇੱਕ ਰੱਦ ਕਰ ਦਿਓ, ਅਜਿਹੀ ਇੱਕ ਚਿੱਠੀ ਬੜੀ ਚਰਚਾ ਦੇ ਵਿੱਚ ਆ। ਕੀ ਉਹ ਚਿੱਠੀ ਦਾ ਮਾਜਰਾ ਕਿ ਤੁਹਾਨੂੰ ਇਸ ਦੀ ਕੀ ਜਾਣਕਾਰੀ ਆ? ਕਿਉਂਕਿ ਬੜੀ ਚਰਚਾ ਦੇ ਵਿੱਚ ਆ ਚਿੱਠੀ ਕਿ ਅੰਦੋਲਨ ਤੋਂ ਖਤਮ ਹੋਣ ਤੋਂ ਪਹਿਲਾਂ, ਜਿੱਤ ਹੋਣ ਤੋਂ ਪਹਿਲਾਂ ਇੱਕ ਚਿੱਠੀ ਲਿਖੀ ਗਈ ਸੀ ਸਿਰਫ 4 ਕਿਸਾਨ ਲੀਡਰਾਂ ਦੇ ਵੱਲੋਂ, ਬਲਵੀਰ ਸਿੰਘ ਰਾਜੇਵਾਲ, ਹਰਮੀਤ ਸਿੰਘ ਕਾਦੀਆਂ, ਬੂਟਾ ਸਿੰਘ ਬੁਰਜਗਿੱਲ, ਇਹਨਾਂ ਦੇ ਵੱਲੋਂ ਚਿੱਠੀ ਲਿਖੀ ਗਈ ਸੀ। ਕੀ ਲੱਗਦਾ ਕਿੰਨੀ ਕੁ ਸੱਚਾਈ ਹੈ ਇਸ ਗੱਲ ਦੇ ਵਿੱਚ ਤੇ ਆਖਿਰ ਉਸ ਚਿੱਠੀ ਦੇ ਵਿੱਚ ਕੀ ਸੀ? देखो वो जिहड़ी चिट्ठी आ, इस चिट्ठी तो बगैर भी बड़ा कुछ इत्थे अंदोलन दे विच हुंदा रहा, बहुत कुछ होया, लेकिन इस चिट्ठी दे विच ये तो बड़ी खतरनाक चिट्ठी सी। जेकर इस चिट्ठी के उत्ते उस दिन असीं सहमति दे दिंदे, 8 नवंबर की गल है, उस दिन साडे नाल गल ये बहुत तेज चिट्ठी चली। इहदे विच इह सी कि एक कानून रद्द कर दिओ, एक ते कमेटी बना दिओ, एक सूबिਆਂ ਤੇ ਛੱਡ ਦਿਓ, MSP ਦੀ ਵੀ ਕਮੇਟੀ ਬਣਾ ਦਿਓ ਤੇ ਇਹਦੇ ਤੇ ਲਿਖਿਆ ਸੀ ਕਿ ਅਸੀਂ ਤੇ ਤੁਹਾਡੇ ਸਰਕਾਰ ਨੂੰ ਸੰਬੋਧਨ ਕਰਕੇ ਲਿਖਿਆ ਗਿਆ ਸੀ ਤੇ ਤੁਹਾਡੇ ਬੰਦੇ ਵੀ ਤੁਸੀਂ ਵੀ ਸਹਿਮਤ ਹੋ ਤੇ ਅਸੀਂ ਵੀ ਸਹਿਮਤ ਹਾਂ। ਜਦੋਂ ਕਿ ਅਸੀਂ ਉਸ ਚਿੱਠੀ ਦਾ ਜਿਹੜਾ ਸੀ ਡਟ ਕੇ ਵਿਰੋਧ ਕੀਤਾ ਤੇ ਮੇਰਾ ਖਿਆਲ ਹੈ ਕਿ ਜਿਹੜਾ ਡੱਲੇਵਾਲ ਸਾਹਿਬ ਨੂੰ ਇਹ ਗੱਲ ਕਹੀ ਗਈ ਸੀ ਨਾ, ਇਹ RSS ਦਾ ਜਿਹੜਾ ਉਹ ਏਜੰਟ ਹੈ, ਇਹ ਉਹਨੂੰ ਇਸੇ ਕਰਕੇ ਜਿਹੜਾ ਸੀ ਇਹ ਖਿਤਾਬ ਦਿੱਤਾ ਗਿਆ
ਕਿਉਂਕਿ ਵਿਰੋਧ ਬੜਾ ਜ਼ਬਰਦਸਤ ਕੀਤਾ ਸੀ ਇਸ ਚਿੱਠੀ ਦਾ ਤੇ ਇਹ ਅਸੀਂ ਇਹਨਾਂ ਮੰਗਾਂ ਦੇ ਨਾਲ ਨਹੀਂ ਸਹਿਮਤ ਹੈਗੇ, ਜਿਹਦੇ ਤੇ ਡੱਲੇਵਾਲ ਵੀ ਸੀ, ਮੈਂ ਵੀ ਸੀ ਤੇ ਸੁਖਪਾਲ ਸਿੰਘ ਦੱਬਰ ਸੀ। ਇਹ ਸਾਡੀ ਸੂਬਾ ਦੀ ਮੀਟਿੰਗ ਸੀ, ਉੱਚ ਸੀ ਤੇ ਉਸ ਤੋਂ ਬਾਅਦ ਇਸ ਗੱਲ ਦੀ ਜਿਹੜੀ ਗੱਲ ਚੱਲੀ ਸੀ, ਉਸ ਤੋਂ ਬਾਅਦ ਸਾਡੇ ਨਾਲ ਜਦੋਂ ਬੱਤੀਆਂ ਦੀ ਮੀਟਿੰਗ ਹੋਈ ਉਹਦੇ ਵਿੱਚ ਵੀ ਸਾਡੇ 7 ਮੈਂਬਰ ਜਿਹੜੇ ਸੀ ਉਹ ਇੱਕ ਜਿਹੜਾ ਜਿਸ ਤਰ੍ਹਾਂ ਇੱਕ ਤੇ ਰੱਦ ਕਰਾ ਲਓ, ਇੱਕ ਤੇ ਕਮੇਟੀ ਬਣਾ ਲਓ, ਇੱਕ ਜਿਹੜਾ ਉਹ ਸੂਬਿਆਂ ਤੇ ਛੱਡ ਦਿਓ, ਐਮਐਸ ਬਣਾ ਲਓ, ਉਹਦੇ ਵਿੱਚ ਫਿਰ ਅਸੀਂ 7 ਬੰਦੇ ਜਿਹੜੇ ਸੀ ਉਹ ਸ਼ਾਮਲ ਹੋ ਗਏ। ਫਿਰ ਸਾਡੇ ਨਾਲ ਇੱਕ ਹੋਰ ਆ ਗਿਆ, 8 ਹੋ ਗਏ। ਸੋ ਇਹ ਚਿੱਠੀ ਜਿਹੜੀ ਆ ਜੀ। ਪਰ ਸਿਰਸਾ ਸਾਹਿਬ, ਵੱਡੇ ਸਵਾਲ ਇਹ ਖੜੇ ਹੁੰਦੇ ਨੇ ਕਿ ਜੇਕਰ ਤੁਹਾਡੇ ਤੱਕ ਅਜਿਹੀ ਚਿੱਠੀ ਪਹੁੰਚੀ ਸੀ, ਤੁਹਾਡੀ ਸਹਿਮਤੀ ਪ੍ਰਗਟਾਈ ਜਾ ਰਹੀ ਸੀ, ਤੁਸੀਂ ਇਸ ਦਾ ਵਿਰੋਧ ਕੀਤਾ, ਚਿੱਠੀ ਦੇ ਵਿੱਚ ਸਹਿਮਤੀ ਨਹੀਂ ਪ੍ਰਗਟਾਈ, ਫਿਰ ਤੁਸੀਂ ਚੁੱਪ ਕਿਉਂ ਰਹੇ? 8 ਨਵੰਬਰ ਦੀ ਤੁਸੀਂ ਗੱਲ ਕਰ ਰਹੇ ਹੋ, ਖੇਤੀ ਕਾਨੂੰਨ ਲੇਟ ਰੱਦ ਕਰਨ ਦਾ ਐਲਾਨ ਹੋਇਆ, ਫਿਰ ਤੁਸੀਂ ਇੰਨਾ ਟਾਈਮ ਚੁੱਪੀ ਕਿਉਂ ਧਾਰੀ? ਜੀ, ਬੜਾ ਵੱਡਾ ਸਵਾਲ ਹੈ ਤੁਹਾਡਾ। ਦੇਖੋ, ਅਸੀਂ ਇਸ ਤੋਂ ਵੱਡੀਆਂ ਗੱਲਾਂ ਜਿਹੜੀਆਂ ਉਹ ਜਰੀਆਂ ਨੇ, ਬਹੁਤ ਕੁਝ ਉੱਥੇ ਜਰਿਆ। ਉਹ ਕਿਉਂ? ਅਸੀਂ ਇਹ ਚਾਹੁੰਦੇ ਸਾਂ ਕਿ ਇਹ ਅੰਦੋਲਨ ਕਿਸੇ ਵੀ ਤਰੀਕੇ ਨਾਲ ਏਕਤਾ ਬਣਾਈ ਰੱਖੋ, ਲੋਕ ਅੰਦਰ ਵੜ ਕੇ ਗੱਲ ਕਰ ਲੋ, ਬਾਹਰ ਨਾ ਕਰੋ ਤੇ ਅਸੀਂ ਜਿੱਤ ਕੇ ਜਾਈਏ। ਤੇ ਇਹ ਜਿਹੜੀ ਚੀਜ਼ ਆ, ਔਰ ਮੈਂ ਤੁਹਾਨੂੰ ਇਹ ਵੀ ਗੱਲ ਕਹਿ ਦਿਆਂ ਕਿ ਇਹ ਜਿਹੜੀ ਜਿੱਤ ਕਰਾਈ ਆ, ਇਹ ਅਕਾਲ ਪੁਰਖ ਨੇ ਕਰਾਈ ਆ। 8 ਤਰੀਕ ਨੂੰ ਤੇ ਇੱਕ ਰੱਦ ਹੋ ਰਿਹਾ ਤੇ 19 ਤਰੀਕ ਨੂੰ ਜਿਹੜਾ 3 ਰੱਦ ਕਰ ਦਿੰਦਾ ਪ੍ਰਧਾਨ ਮੰਤਰੀ। ਇਹ ਅਕਾਲ ਪੁਰਖ ਦਾ ਕ੍ਰਿਸ਼ਮਾ ਹੈ। ਉਹ ਚਿੱਠੀ ਜਿਹੜੀ ਸੀ ਸਿਰਫ ਇਸ ਕਰਕੇ ਬਣੀ ਗਈ, ਉਹ ਚਿੱਠੀ ਇੱਕ ਤੇ ਲੈਟਰ ਪੈਡ ਤੇ ਨਹੀਂ ਸੀ ਤੇ ਇੱਕ ਉੱਤੇ ਕਿਸੇ ਦੇ ਸਾਈਨ ਨਹੀਂ ਸੀ। ਸਹਿਮਤੀ ਸਾਡੇ ਕੋਲ ਲਈ ਜਾ ਰਹੀ ਸੀ, ਉਹ ਫਾਈਨਲ ਚਿੱਠੀ ਫੇਰ ਜਾਣੀ ਸੀ ਜੇ ਅਸੀਂ ਸਹਿਮਤੀ ਦੇ ਦਿੰਦੇ ਤਾਂ, ਪਰ ਅਸੀਂ ਸਹਿਮਤੀ ਨਹੀਂ ਦਿੱਤੀ। ਅਸੀਂ ਵਿਰੋਧ ਕੀਤਾ ਵੀ ਜੇ ਇਹੋ ਕੁਝ ਹੀ ਲੈਣਾ ਸੀ ਤੇ ਫਿਰ ਆਪਾਂ 26 ਜਨਵਰੀ ਨੂੰ ਲੈ ਲੈਂਦੇ। ਇਸ ਕਰਕੇ ਉਹ ਚਿੱਠੀ ਦੇ ਉੱਤੇ ਜਿਹੜਾ ਸੀ ਅਸੀਂ ਉਹਨੂੰ, ਬਲਕਿ ਅਸੀਂ ਤਾਂ ਤੁਹਾਨੂੰ ਦੱਸਿਆ ਵੀ ਬੜੇ ਪਰਦੇ ਪਾ ਕੇ ਰੱਖੇ। ਤੁਸੀਂ ਵੇਖਿਆ ਨਹੀਂ ਨਾ ਵੀ ਜਦੋਂ ਇਹ ਗੱਲ ਕਹੀ ਗਈ ਕਿ ਨਿਸ਼ਾਨ ਸਾਹਿਬ ਲਾ ਦਿਓ, ਨਿਹੰਗ ਸਿੰਘਾਂ ਨੂੰ ਭੇਜੋ, ਨੌਜਵਾਨ ਜਿਹੜੇ ਨੇ ਸਾਡੇ ਕੁਝ ਨਹੀਂ ਲੱਗਦੇ, ਅਸੀਂ ਸਾਡੇ ਨਾਲ ਨਹੀਂ ਆਏ, ਪਰ ਅਸੀਂ ਤਾਂ ਉੱਥੇ ਵੀ ਇਹ ਗੱਲ ਕਹੀ, ਉੱਥੇ ਮਾਫੀਆਂ ਮੰਗੀਆਂ ਨੌਜਵਾਨਾਂ ਤੇ, ਮਤਲਬ ਕਿ ਜਿਹੜਾ ਸੀ ਜਦੋਂ ਕੇਸਰੀ ਨਿਸ਼ਾਨ ਸਾਹਿਬ ਦੀ ਗੱਲ ਹੋਈ, ਔਰ ਠੋਕ ਕੇ ਮੈਂ ਗੱਲ ਸਟੇਜ ਤੇ ਕਹੀ ਸੀ ਵੀ ਇਹ ਉਹ ਨਿਸ਼ਾਨ ਸਾਹਿਬ ਆ ਜਿਹੜਾ ਨਿਸ਼ਾਨ ਸਾਹਿਬ ਰਾਸ਼ਟਰਪਤੀ ਭਵਨ ਦੇ ਨਾਲ ਹੀ ਗੁਰਦੁਆਰਾ ਹੈ ਰਕਾਬਗੰਜ ਸਾਹਿਬ। ਉਸ ਰਕਾਬਗੰਜ ਸਾਹਿਬ ਗੁਰਦੁਆਰਾ ਸਾਹਿਬ ਤੇ ਨਿਸ਼ਾਨ ਸਾਹਿਬ ਢੁੱਲ ਰਿਹਾ, ਸਮੁੱਚੇ ਗੁਰਦੁਆਰੇ ਢੁੱਲ ਰਿਹਾ। ਔਰ ਦੁਬਈ ਵਰਗੇ ਦੇਸ਼ਾਂ 'ਚ ਜਿੱਥੇ ਮੁਸਲਮ ਧਰਮ ਦੇ ਨਾਲ ਸੰਬੰਧਿਤ ਲੋਕ ਨੇ, ਜਿੱਥੇ ਹੋਰ ਕੋਈ ਉੱਥੇ ਕਿਸੇ ਦਾ ਨਿਸ਼ਾਨ ਨਹੀਂ ਝੁੱਲ ਸਕਦਾ, ਤੇ ਸਾਡਾ ਤਾਂ ਨਿਸ਼ਾਨ ਸਾਹਿਬ ਉੱਥੇ ਵੀ ਝੁੱਲ ਰਿਹਾ। ਫਿਰ ਆਰਮੀ ਦੀਆਂ ਗੱਡੀਆਂ ਜਾਂਦੀਆਂ ਨੇ, ਉਹਨਾਂ ਦੇ ਉੱਤੇ ਜਿਹੜੇ ਆ ਇਹ ਨਿਸ਼ਾਨ ਸਾਹਿਬ ਹੁੰਦੇ ਆ। ਤੁਹਾਡੇ ਪਿੱਛੇ ਜੇ ਜਦੋਂ ਭਾਰਤ ਦਾ ਜਿਹੜਾ ਹੈਗਾ ਰੱਖਿਆ ਮੰਤਰੀ ਤੇ ਉਹ ਗਿਆ ਚੀਨ ਵਾਲੇ ਬਾਰਡਰ ਤੇ ਉੱਥੇ ਉਹਨੇ ਆਪ ਜਕਾਰੇ ਲਾਏ ਨੇ, ਉੱਥੇ ਵੀ ਨਿਸ਼ਾਨ ਸਾਹਿਬ ਝੁੱਲ ਰਿਹਾ। ਤੇ ਫਿਰ ਅਸੀਂ ਕਿਹਾ ਵੀ ਇਸ ਨਿਸ਼ਾਨ ਸਾਹਿਬ ਦਾ ਇੱਥੇ ਵਿਰੋਧ ਕਿਉਂ ਹੁੰਦਾ? ਇਹ ਨਿਸ਼ਾਨ ਸਾਹਿਬ ਸਾਡਾ ਗੁਰੂ ਕਾਲ ਸਮੇਂ ਤੋਂ ਆ, ਇਹ ਝੁੱਲਦਾ ਆਇਆ ਤੇ ਝੁੱਲਦਾ ਰਹੇਗਾ। ਇਹ ਗੱਲ ਦਾ ਮੈਂ ਸਟੇਜ ਉੱਤੇ ਠੋਕ ਕੇ ਗੱਲ ਕਹੀ ਸੀ ਕਿ ਨਹੀਂ ਕਹੀ? ਔਰ ਜੇ ਇਹ ਵੀ ਗੱਲ ਕਹੀ ਸੀ ਵੀ ਠੀਕ ਹੈ ਸਾਡੇ ਬਜ਼ੁਰਗ ਲੀਡਰ ਨੇ, ਤੇ ਜੇ ਉਹਨਾਂ ਕੋਲੋਂ ਇਹ ਗੱਲ ਨਿਕਲ ਗਈ ਆ ਤੇ ਯਾਰ ਅਸੀਂ ਤੁਹਾਡੇ ਕੋਲੋਂ ਮਾਫੀ ਮੰਗਦੇ ਆ। ਮੈਂ ਵੀ ਮਾਫੀਆ ਮੰਗਦਾ ਰਿਹਾ ਔਰ ਡੱਲੇਵਾਲ ਸਾਹਿਬ ਵੀ ਮਾਫੀਆ। ਬਿਲਕੁਲ ਜੀ। ਸਿਰਸਾ ਸਾਹਿਬ, ਤੁਸੀਂ ਇਹ ਕਹਿਣਾ ਚਾਹ ਰਹੇ ਹੋ ਜਾਂ ਇਹ ਅੰਦੇਸ਼ਾ ਜਾਂ ਇਹ ਸੰਕੇਤ ਨੇ ਤੁਹਾਡੇ ਕਿ ਉਸ ਜੇਕਰ ਚਿੱਠੀ ਚਲੇ ਜਾਂਦੀ ਇੱਕ ਤਰ੍ਹਾਂ ਦਾ ਉਹ ਮੋਰਚਾ ਵੇਚਣ ਦੀ ਸਾਜ਼ਿਸ਼ ਸੀ? ਹਾਂਜੀ ਬਿਲਕੁਲ। ਵੇਖੋ ਫਿਰ ਇਹ ਸੀ ਨਾ ਗੱਲ ਵੀ ਇਹ ਚਿੱਠੀਆਂ ਜੀ ਫਿਰ ਸਾਨੂੰ ਲੋਕਾਂ ਨੇ ਜ਼ਰੂਰਤ, ਇਹ ਤਾਂ ਸਾਰਾ ਕੁਝ ਦੇਣ ਵਾਲੀ 26 ਜਨਵਰੀ ਤੋਂ, ਇਹ ਕੰਮ ਤੇ 26 ਜਨਵਰੀ ਤੋਂ ਪਹਿਲਾਂ ਹੀ ਹੁੰਦਾ ਸੀ। 26 ਜਨਵਰੀ ਤੱਕ ਤੇ ਉਹਨਾਂ ਨੇ ਇਹ ਜਿੱਦਾਂ 22 ਜਨਵਰੀ ਦੀ ਸਾਡੀ ਲਾਸਟ ਮੀਟਿੰਗ ਹੋਈ ਆ, ਉਦੋਂ ਪਹਿਲੀ ਮੀਟਿੰਗ 'ਚ ਉਹਨਾਂ ਕਿਹਾ ਸੀ ਵੀ ਤੁਸੀਂ ਸਿਰਫ 2020 ਉੱਤੇ ਰਹਿੰਦੇ, ਇਹ ਖਾਲੀ ਡੱਬਾ ਸਾਨੂੰ ਦੇ ਦਿਓ। ਉਹਨਾਂ ਕਿਹਾ ਤੁਸੀਂ ਨੀਲਾ ਪੈਨ ਲੈ ਲਓ, ਕਾਲਾ ਪੈਨ ਲੈ ਲਓ, ਲਾਲ ਪੈਨ ਲੈ ਲਓ, ਜੋ ਵੀ ਸੰਸ਼ੋਧਨ ਕਰਨਾ ਇਹ ਕਰ ਦਿਓ। ਤੇ ਇਹ ਗੱਲਾਂ ਤਾਂ ਸਾਡੀਆਂ ਤੇ ਉਦੋਂ ਵੱਧ ਮੰਗੀ ਦੀਆਂ ਤੇ ਅਸੀਂ ਇਹ ਗੱਲ ਕਹੀ ਸੀ ਕਿ ਜੇ ਇੱਕ ਹੀ ਰੱਦ ਕਰਾਉਣਾ ਸੀ ਤੇ ਫਿਰ 26 ਜਨਵਰੀ ਤੋਂ ਬਾਅਦ ਅਸੀਂ ਹੁਣ ਤੱਕ ਜਿਹੜਾ ਬੈਠੇ ਰਹੇ ਹਾਂ ਤੇ ਕਿਉਂ ਬੈਠੇ ਰਹੇ? ਇਸ ਕਰਕੇ ਅਸੀਂ ਉਸ ਚੀਜ਼ ਦਾ ਜਿਹੜਾ ਸੀ ਉਹ ਵਿਰੋਧ ਕੀਤਾ ਵੀ ਅਸੀਂ ਤਾਂ 3 ਕਾਨੂੰਨ ਰੱਦ ਕਰਾ ਕੇ ਜਾਵਾਂਗੇ। ਔਰ ਅਕਾਲ ਪੁਰਖ ਦੀ ਕਿਰਪਾ ਨਾਲ ਮੋਦੀ ਨੂੰ ਜਿਹੜੀ ਸੀ ਉਹ ਗੁਰੂ ਨੇ ਸੋਝੀ ਦੇ ਦਿੱਤੀ ਤੇ ਉਹਨੇ 3 ਜਿਹੜੇ ਕਾਨੂੰਨ ਸੀ ਰੱਦ ਕਰਾਤੇ। ਤੇ ਅਸੀਂ ਇਹ ਜਿਹੜੀਆਂ ਅੰਦਰ ਦੀਆਂ ਗੱਲਾਂ ਸੀ ਉਹ ਬਾਹਰ ਨਹੀਂ ਕਰ ਸਕਦੇ ਵੀ ਅਸੀਂ ਇਹ ਮੋਰਚਾ ਜਿੱਤ ਜਾਣਾ।
ਅਸੀਂ ਜੀ, ਅੱਜ ਵੀ ਕੱਢਣ ਨੂੰ ਤਿਆਰ ਨਹੀਂ ਸਾਂ। ਆ ਸਾਡੇ ਤੋਂ ਹੁਣ ਜ਼ਬਰਦਸਤੀ ਜਿਹੜੀਆਂ, ਜਿਸ ਤਰ੍ਹਾਂ ਹੁਣ ਡੱਲੇਵਾਲ ਸਾਹਿਬ ਨੂੰ ਕਹਤਾ ਕਿ ਉਹ ਤਾਂ ਜੀ RSS ਦਾ ਬੰਦਾ, ਇਸ ਕਰਕੇ ਸਾਡੇ ਮਨ ਨੂੰ ਠੇਸ ਲੱਗੀ ਆ, ਦੁੱਖ ਹੋਇਆ ਵੀ ਇੱਕ ਚੰਗੇ ਬੰਦੇ ਨੂੰ ਇਸ ਤਰ੍ਹਾਂ ਦਾ ਯਾਰ ਇਲਜ਼ਾਮ ਲਾਉਣਾ ਤੇ ਇਹ ਠੀਕ ਨਹੀਂਗਾ। ਤੇ ਆ ਹੁਣ ਵੀ ਮੈਂ ਚਿੱਠੀ ਦੇ ਉੱਤੇ ਤਾਂ ਬੋਲਿਆ, ਔਰ ਫਿਰ ਵੀ ਅਸੀਂ ਜਿਹੜੀਆਂ ਆਈ ਤੇ ਬਹੁਤ ਸਾਰੀਆਂ ਹੋਰ ਬੜੀਆਂ ਗੱਲਾਂ ਨੇ ਜਿਹੜੀਆਂ ਅਸੀਂ ਜਿਹੜੀਆਂ ਉਹਨਾਂ ਤੇ ਪਰਦੇ ਪਾ ਕੇ ਜਿਹੜਾ ਉਹ ਰੱਖਦੇ। ਜੀ 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 ਸਿਰਸਾ ਸਾਹਿਬ, ਜਿਹੜੀ ਚਿੱਠੀ ਦੀ ਗੱਲ ਆ, ਚਿੱਠੀ ਜਿਹੜੀ ਆ ਪੂਰੀ ਚਰਚਾ ਦੇ ਵਿੱਚ ਆ। ਕੀ ਲੱਗਦਾ ਜਿਹੜੇ ਤੁਸੀਂ ਗੱਲ ਦੱਸੀ ਆ ਕਿ ਚਿੱਠੀ ਇੱਕ ਲਿਖੀ ਗਈ ਸੀ, ਤੁਹਾਡੀ ਸਹਿਮਤੀ ਮੰਗੀ ਗਈ ਸੀ, ਇਹ ਕਾਹਲ ਕਿਉਂ ਸੀ? ਕੀ ਲੱਗਦਾ ਕਿ ਇਹ ਸਾਰੀ ਕਾਹਲ ਸਿਰਫ ਔਰ ਸਿਰਫ 2022 ਦੀਆਂ ਇਲੈਕਸ਼ਨ ਨਜ਼ਰ ਆ ਰਹੀਆਂ ਸੀ, ਇਸ ਕਰਕੇ ਕਾਹਲ ਕੀਤੀ ਜਾ ਰਹੀ ਸੀ ਕਿ ਅੰਦੋਲਨ ਨੂੰ ਖਤਮ ਕਰੀਏ? ਬੜਾ ਵੱਡਾ ਸਵਾਲ ਹੈ। ਤੁਸੀਂ ਮੈਨੂੰ ਇਹ ਦੱਸੋ, ਜਿੱਦਣ 3 ਕਰੋੜ ਰੱਦ ਹੋ ਗਏ ਤੇ ਇਹਦਾ ਸਾਡੇ ਭਰਾ ਤੇ 19 ਤਰੀਕ ਨੂੰ ਬੜੇ ਕਾਹਲੇ ਪੈ ਗਏ। ਤੁਹਾਡਾ ਸਭ ਕੁਝ ਤੁਹਾਡੇ ਪੇਪਰਾਂ 'ਚ ਆਉਂਦਾ ਰਿਹਾ, ਮੀਡੀਆ 'ਚ ਗੱਲਾਂ ਆਉਂਦੀਆਂ ਰਹੀਆਂ ਵੀ ਕੁਝ ਜਥੇਬੰਦੀਆਂ ਜਾਣ ਨੂੰ ਬੜੀਆਂ ਕਾਹਲੀਆਂ ਨੇ ਤੇ ਕੁਝ ਜਿਹੜੀਆਂ ਉੜੀਕਾਂ ਲਾ ਰਹੀਆਂ ਨੇ। ਅਸੀਂ ਇਸੇ ਕਰਕੇ ਚਾਹੁੰਦੇ ਹਾਂ, ਜੇ ਕਿਤੇ ਅਸੀਂ ਉੱਥੇ ਆਹ ਗੱਲਾਂ ਨਹੀਂ ਸੀ ਸਾਹਮਣੇ ਆਉਣੀਆਂ, ਜੇਕਰ ਅਸੀਂ 19 ਤਰੀਕ ਨੂੰ ਜਿੱਦਣ ਐਲਾਨ ਕੀਤਾ ਰੱਦ ਕਰਨ ਦਾ, ਤੇ ਉਸ ਤੋਂ ਬਾਅਦ ਜਿੱਦਣ 24 ਤਰੀਕ ਨੂੰ ਕੇਂਦਰੀ ਕੈਬਨਿਟ ਦੀ ਮੀਟਿੰਗ ਹੋਈ ਤੇ ਇਹ 3 ਕਾਨੂੰਨ ਕੈਬਨਿਟ ਵਿੱਚ ਰੱਦ ਕਰਤੇ, ਉਦੋਂ ਹੀ ਐਮਰਜੈਂਸੀ ਮੀਟਿੰਗ ਜਿਹੜੀ ਸੀ ਉਹ 32 ਜਥੇਬੰਦੀਆਂ ਨੂੰ ਲਗਾ ਲਈ ਸੀ। ਤੇ ਅਸੀਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਜਿੰਨਾ ਚਿਰ ਇਹ ਕਾਨੂੰਨ ਰੱਦ ਨਹੀਂ ਹੁੰਦੇ ਪਾਰਲੀਮੈਂਟ 'ਚ, ਉਹਨਾਂ ਚਿਰ ਨਹੀਂ, ਤੇ ਜਿੰਨਾ ਚਿਰ ਨਾਲੇ ਇਹ ਪਰਚੇ ਰੱਦ ਨਹੀਂ ਹੁੰਦੇ ਅਸੀਂ ਨਹੀਂ ਜਾਣਾ। ਉੱਤੇ ਇਹ ਸੰਜੇ ਨੇ ਇਹ ਵੀ ਗੱਲ ਕਹੀ ਸੀ ਵੀ ਪਰਚੇ ਤਾਂ ਜਿਹੜੇ ਰੱਦ ਕਰਨੇ ਆ ਉਹ ਤੇ SSP ਦਾ ਕੰਮ ਆ, ਪਰ ਜਿਹਦਾ ਅਸੀਂ ਵਿਰੋਧ ਕਰਦੇ ਰਹੇ, ਜੇ ਅਸੀਂ ਉਸ ਟਾਈਮ ਤੇ ਆਉਣ ਦੀ ਕਾਹਲੀ ਨਾ ਕਰਦੇ ਕਾਨੂੰਨ ਰੱਦ ਹੋਣ ਤੋਂ ਬਾਅਦ ਵੀ, ਤੇ ਇਹ MSP ਜਿਹੜੀ ਆ ਉੱਤੇ ਵੀ ਸਾਨੂੰ ਗਾਰੰਟੀ ਮਿਲ ਜਾਣੀ ਸੀ। ਕਮੇਟੀ ਬਣਨੀ ਸੀ ਵੀ ਇਹ ਕਮੇਟੀ ਜਿਹੜੀ ਸਿਫਾਰਿਸ਼ ਕਰੂਗੀ ਅਸੀਂ ਉਹ ਮੰਨਾਂਗੇ ਤੇ ਕਾਨੂੰਨ ਬਣਾਵਾਂਗੇ। ਅਸੀਂ ਪੂਰਨ ਤੌਰ ਦੇ ਉੱਤੇ ਸਾਰੇ ਮਸਲੇ ਦਾ ਹੱਲ ਕਰਾ ਕੇ ਆਉਣਾ ਸੀ, ਜੇਕਰ ਅਸੀਂ ਕਾਹਲੀ ਨਾ ਕਰਦੇ। ਇਹ ਕਾਹਲੀ ਨੇ ਤੇ ਸਾਡਾ ਅੱਜ ਜਿਹੜਾ ਇਹ ਵਖਰੇਵਾ ਪੈਦਾ ਕੀਤਾ, ਸਾਨੂੰ ਬੋਲਣ ਨੂੰ ਅੱਜ ਮਜਬੂਰ ਕਰ ਦਿੱਤਾ। ਨਹੀਂ ਤਾਂ ਮੈਂ ਤਾਂ ਕਿਸੇ ਕੀਮਤ ਦੇ ਉੱਤੇ ਬੋਲਣ ਨੂੰ ਤਿਆਰ ਹੀ ਨਹੀਂ ਸਾਂ ਵੀ ਸਾਨੂੰ ਮੁੜ ਕੇ ਵੀ ਲੋੜ ਪੈਣੀ ਆ। ਹੁਣ ਤੁਸੀਂ ਮੈਨੂੰ ਦੱਸੋ, ਜੇ MSP ਤੇ ਅਸੀਂ ਲੜਾਈ ਨਹੀਂ ਲੜਦੇ, ਅਸੀਂ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਇੱਧਰ ਚਲੀਆਂ ਜਾਂਦੀਆਂ ਯਾਰ, ਬਿਲਕੁਲ, ਤੇ ਫਿਰ ਇਹ ਦੱਸੋ ਕਿ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ WT ਜਾਂ ਹੋਰ ਇਹ ਗੈਰ ਸਮਝੌਤੇ ਜਿਹੜੇ ਰੱਦ ਕਰਾਉਣ ਵਾਸਤੇ ਜਾਂ ਕੋਈ ਹੋਰ ਮਸਲਾ ਆਉਂਦਾ ਹੈ, ਉਹ ਅਸੀਂ ਲੜਾਈ ਲੜਨ ਵਾਸਤੇ ਪੂਰੇ ਦੇਸ਼ ਦੇ ਕਿਸਾਨਾਂ ਨੂੰ, ਸੰਗਠਨਾਂ ਨੂੰ ਨਾਲ ਲੈਣ ਵਾਸਤੇ ਕਿਹੜੇ ਮੂੰਹ ਨਾਲ ਬੋਲਦੇ? ਜੇ ਅੱਜ ਅਸੀਂ ਇਹਨਾਂ ਨੂੰ ਵਿੱਚੇ ਛੱਡ ਕੇ, ਤੇ ਜਿਵੇਂ ਭਰਾ ਸਾਡੇ ਤੁਸੀਂ ਕਿਹਾ ਕਿ ਉਹ ਕਹਿੰਦੇ ਆ ਵੀ ਅਸੀਂ ਉਹਨਾਂ ਕੋਲ ਜਾਵਾਂਗੇ, ਉਹ ਸਾਡੇ ਕੋਲ ਆਉਣਗੇ, ਅਸੀਂ ਉਹਨਾਂ ਨੂੰ ਇੱਕੋ ਹੀ ਗੱਲ ਪੁੱਛਾਂਗੇ ਵੀ ਭਰਾਓ, ਆਉਣ ਵਾਲੇ ਸਮੇਂ 'ਚ ਦੇਸ਼ ਦੀਆਂ ਵੱਖ-ਵੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਗੈਰ ਸਮਝੌਤਿਆਂ ਦੇ ਵਿੱਚੋਂ ਇਹਨੂੰ ਭਾਰਤ ਨੂੰ ਬਾਹਰ ਕੱਢਣ ਵਾਸਤੇ ਆਪਾਂ ਜੇ ਲੜਾਈ ਲੜਦੇ ਆ ਤੇ ਇਹ ਦੇਸ਼ ਦੇ ਸੰਗਠਨ ਸਾਡੇ ਤੇ ਭਰੋਸਾ ਕਿਵੇਂ ਕਰਨਗੇ? ਜੇ ਅਸੀਂ ਉਹਨਾਂ ਨਾਲ ਕੀਤਾ ਪਹਿਲਾਂ ਹੁੰਦਾ, ਉਹ ਨਿਭਾਉਂਦੇ ਨਹੀਂ, ਤੇ ਫਿਰ ਇਹ ਲੋਕ ਸਾਡੇ ਨਾਲ ਕਿਵੇਂ ਚੱਲਣਗੇ? ਇਸ ਕਰਕੇ ਅਸੀਂ ਉਹਨਾਂ ਆਪਣੇ ਵੀਰਾਂ ਨੂੰ ਗੱਲ ਸੁਣਾਂਗੇ, ਪਰ ਨਾਲ ਸਵਾਲ ਵੀ ਤੇ ਕੀ ਜਵਾਬ ਦੇਣਗੇ? ਬਿਲਕੁਲ ਇਹ ਗੱਲ ਜੀ ਬਿਲਕੁਲ। ਸਿਰਸਾ ਸਾਹਿਬ, ਪ੍ਰੋਗਰਾਮ 'ਚ ਤੁਸੀਂ ਕੀਮਤੀ ਸਮਾਂ ਦਿੱਤਾ, ਸਾਰੀਆਂ ਗੱਲਾਂ ਦਾ ਬੇਵਾਕੀ ਦੇ ਨਾਲ ਜਵਾਬ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਜੀ, ਇਸ ਦੇ ਨਾਲ ਇੱਕ ਮਸਲਾ ਹੋਰ ਬੜਾ ਕਿ ਜਿਹੜੀਆਂ ਜਦਵੀਆਂ ਹੋਈਆਂ ਨਾ, ਇਹਨਾਂ ਦੇ ਸੰਬੰਧ ਵਿੱਚ ਮੈਂ ਚਾਹੁੰਦਾ ਹੈ ਕਿ ਇਹ ਵੀ ਗੱਲ ਸਾਨੂੰ ਕਿਸੇ ਤੁਹਾਡਾ ਜਦੋਂ ਵੀ ਪ੍ਰੋਗਰਾਮ ਬਣੇ ਉਹ ਜੀ ਕਰੋ। ਜੀ ਬਿਲਕੁਲ ਸਿਰਸਾ ਸਾਹਿਬ, ਜੀ ਬਹੁਤ ਬਹੁਤ ਧੰਨਵਾਦ ਜੀ। ਸੋ ਬਿਲਕੁਲ ਇਹ ਸੀ ਬਲਦੇਵ ਸਿੰਘ ਸਿਰਸਾ, ਜਿਨ੍ਹਾਂ ਨੇ ਕਿਸਾਨੀ ਮੁੱਦੇ ਤੇ ਹੋ ਰਹੀ ਸਿਆਸਤ ਨੂੰ ਬੜੀ ਹੀ ਡੂੰਘਾਈ ਦੇ ਨਾਲ ਸਾਹਮਣੇ ਲਿਆਂਦਾ ਤੇ ਉਸ ਚਿੱਠੀ ਦੇ ਉੱਤੇ ਵੀ ਬੇਬਾਕੀ ਦੇ ਨਾਲ ਪੂਰੇ ਖੁੱਲ੍ਹ ਕੇ ਬੋਲੇ ਨੇ। ਦੱਸਿਆ ਗਿਆ ਕਿ ਇੱਕ ਚਿੱਠੀ ਸਹਿਮਤੀ ਸਾਡੇ ਤੋਂ ਪ੍ਰਗਟਾਈ ਜਾ ਰਹੀ ਸੀ, ਜੇਕਰ ਅਸੀਂ ਸਹਿਮਤੀ ਪ੍ਰਗਟਾ ਦਿੰਦੇ ਤਾਂ ਅੱਜ ਖੇਤੀ ਕਾਨੂੰਨ ਰੱਦ ਨਾ ਹੁੰਦੇ ਤਾਂ ਸ਼ਾਇਦ ਅੰਦੋਲਨ ਵਿਕ ਜਾਣਾ ਸੀ। ਸਿੱਧੇ ਤੌਰ ਤੇ ਇਲਜ਼ਾਮ ਨੇ ਜਿਹੜੇ ਬਲਦੇਵ ਸਿੰਘ ਸਿਰਸਾ ਦੇ ਵੱਲੋਂ ਲਗਾਏ ਗਏ ਨੇ। ਹੋਰ ਵੀ ਤੁਹਾਡੇ ਤੱਕ ਲੀਡਰਾਂ ਦੀ ਗੱਲਬਾਤ, ਸਿਆਸਤ ਦੀ ਗੱਲਬਾਤ ਲਗਾਤਾਰ ਪਹੁੰਚਾਉਂਦੇ ਰਹਾਂਗੇ। ਬਣੇ ਰਹੋ ਪ੍ਰੋਗਰਾਮ ਦੇ ਨਾਲ।